पढ़ो सुनो देखो ਸਾਹਿਤ ਪਾਠ। ਨਾਨਕ ਸਿੰਘ ਨਾਵਲਕਾਰ ਦੁਆਰਾ ਰਚਿਤ ਨਾਵਲ ਇੱਕ ਮਿਆਨ ਦੋ ਤਲਵਾਰਾਂ ਦਾ ਇਹ 39ਵਾਂ ਕਾਂਡ। ਬਾਬਾ ਜੀ ਦੇ ਐਤਕਾਂ ਦੇ ਦੌਰੇ ਨੇ ਪਿਛਲਾ ਸਾਰਾ ਰਿਕਾਰਡ ਤੋੜ ਦਿੱਤਾ ਸੀ। ਬੀਰੀ ਭਾਵੇਂ ਸਰੀਰਕ ਤੌਰ ਤੇ ਤੰਦਰੁਸਤ ਹੋ ਚੁੱਕੀ ਸੀ, ਪਰ ਇਹੋ ਤੰਦਰੁਸਤੀ ਉਸ ਲਈ ਕਿਸੇ ਮੌਲਿਕ ਬਿਮਾਰੀ ਨਾਲੋਂ ਘੱਟ ਨਹੀਂ ਸੀ, ਜਦ ਕਿ ਉਸ ਦੇ ਮਨ ਨੂੰ ਅਨੇਕ ਕਿਸਮ ਦੇ ਸਹਿਮ ਹਰ ਵੇਲੇ ਘੁਣ ਵਾਂਗ ਖਾਂਦੇ ਰਹਿੰਦੇ ਸਨ। ਮਾਈ ਗੁਲਾਬ ਕੌਰ ਨਾਲ ਜਿਹੜਾ ਉਸਨੇ ਇਕਰਾਰ ਕੀਤਾ ਸੀ ਛੇਤੀ ਤੋਂ ਛੇਤੀ ਪਹੁੰਚਣ ਦਾ, ਉਸ ਇਕਰਾਰ ਨੂੰ ਇਤਨਾ ਚਿਰ ਬੀਤ ਜਾਣ ਤੇ ਵੀ ਬੀਰੀ ਅਜੇ ਤੱਕ ਕਿਸੇ ਪਾਸੇ ਜਾ ਨਹੀਂ ਸੀ ਸਕੀ। ਪਹਿਲਾਂ ਬਿਮਾਰੀ ਨੇ ਉਸ ਨੂੰ ਬੰਨੀ ਰੱਖਿਆ ਤੇ ਜਦੋਂ ਉਸ ਦੀ ਸਿਹਤ ਕੁਝ ਠੀਕ ਹੋਈ ਤਾਂ ਜਾਣ ਵਾਲਾ ਮਾਮਲਾ ਹੋਰ ਵੀ ਉਲਝ ਗਿਆ। ਮਾਈ ਗੁਲਾਬ ਕੌਰ ਆਪਣਾ ਜਿਹੜਾ ਪਤਾ ਉਸ ਨੂੰ ਲਿਖਾ ਗਈ ਸੀ, ਉਸ ਪਤੇ ਉੱਤੇ ਬੀਰੀ ਨੇ ਕਈ ਚਿੱਠੀਆਂ ਪਾਈਆਂ, ਪਰ ਜਵਾਬ ਕਿਸੇ ਦਾ ਵੀ ਉਸ ਨੂੰ ਨਹੀਂ ਸੀ ਆਇਆ। ਚਿੱਠੀ ਬਾਰੇ ਆਪਣਾ ਖਾਸ ਢੰਗ ਗੁਲਾਬ ਕੌਰ ਉਸ ਨੂੰ ਸਮਝਾ ਗਈ ਸੀ। ਹੋਰ ਕੁਝ ਦਿਨਾਂ ਬਾਅਦ ਇੱਕ ਐਸੀ ਖਬਰ ਉਸ ਨੂੰ ਮਿਲੀ ਕਿ ਖਤ ਪੱਤਰ ਲਿਖਣ ਦਾ ਸਵਾਲ ਹੀ ਖਤਮ ਹੋ ਗਿਆ। ਲੜਾਈ ਦੇ ਉਸ ਜ਼ਮਾਨੇ ਵਿੱਚ ਅਖਬਾਰਾਂ ਦੀ ਵਿਕਰੀ ਖੂਬ ਜ਼ੋਰਾਂ ਨਾਲ ਹੁੰਦੀ ਸੀ। ਹਰ ਕਿਸੇ ਨੂੰ ਲੜਾਈ ਦੀਆਂ ਖਬਰਾਂ ਪੜ੍ਹਨ ਦਾ ਸ਼ੌਕ ਸੀ। ਅਖਬਾਰਾਂ ਲਈ ਲੋਕਾਂ ਦੀ ਦਿਨੋਂ ਦਿਨ ਵੱਧਦੀ ਮੰਗ ਦਾ ਨਤੀਜਾ ਇਹ ਹੋਇਆ ਕਿ ਹਰ ਕਸਬੇ ਵਿੱਚ ਅਖਬਾਰੀ ਏਜੰਟ ਪੈਦਾ ਹੋ ਗਏ। ਹਰਨਪੁਰ ਵਿੱਚ ਵੀ ਇਸ ਕਿਸਮ ਦਾ ਇੱਕ ਬੰਦਾ ਕਈ ਰੋਜ਼ਾਨਾ ਅਖਬਾਰਾਂ ਦਾ ਏਜੰਟ ਸੀ। ਬੀਰੀ ਨੇ ਦਿਆਲੇ ਦੇ ਜ਼ਿੰਮੇ ਇਹ ਕੰਮ ਲਾ ਰੱਖਿਆ ਸੀ ਕਿ ਦਿਨ ਚੜ੍ਹਦੇ ਹੀ ਉਹ ਜਾ ਕੇ ਇੱਕ ਪਰਚਾ ਖਰੀਦ ਲਿਆਇਆ ਕਰੇ, ਜਿਸ ਕਰਕੇ ਬੀਰੀ ਨੂੰ ਇਨਕਲਾਬੀਆਂ ਬਾਰੇ ਸਧਾਰਨ ਜਾਣਕਾਰੀ ਮਿਲਦੀ ਰਹਿੰਦੀ ਸੀ। ਇਸੇ ਪਰਚੇ ਦੇ ਇੱਕ ਅੰਕ ਵਿੱਚ ਇੱਕ ਦਿਨ ਬਾਗੀਆਂ ਦੀ ਜਨਾਨਾ ਵਰਕਰ ਗੁਲਾਬ ਕੌਰ ਦੀ ਗ੍ਰਿਫਤਾਰੀ ਦਾ ਸਮਾਚਾਰ ਪੜ੍ਹ ਕੇ ਬੀਰੀ ਦੇ ਦਿਲ ਨੂੰ ਹੋਰ ਸਦਮਾ ਪੁੱਜਾ, ਤੇ ਉਸ ਤੋਂ ਹੋਰ ਥੋੜੇ ਦਿਨਾਂ ਬਾਅਦ ਜਦ ਸੁੱਚਾ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਉਸ ਪੜ੍ਹੀ ਤਾਂ ਉਸ ਦਾ ਵਿਸ਼ਵਾਸ ਪੱਕਾ ਹੋ ਗਿਆ ਕਿ ਹੁਣ ਸੁਦਰਸ਼ਨ ਵੀ ਫੜਿਆ ਕਿ ਫੜਿਆ। ਉਹ ਜਾਣਦੀ ਸੀ ਕਿ ਸੁਦਰਸ਼ਨ ਉਸੇ ਸੁੱਚਾ ਸਿੰਘ ਦੀ ਪਾਰਟੀ ਵਿੱਚ ਕੰਮ ਕਰ ਰਿਹਾ ਸੀ, ਗੁਲਾਬ ਕੌਰ ਦੀ ਸੂਚਨਾ ਅਨੁਸਾਰ। ਸਭ ਤੋਂ ਵੱਧ ਜਿਹੜਾ ਕਸ਼ਟ ਬੀਰੀ ਨੂੰ ਕਿਸੇ ਵੀ ਕਰਵਟ ਚੈਨ ਨਹੀਂ ਸੀ ਲੈਣ ਦਿੰਦਾ, ਇਹ ਸੀ ਕਰਤਾਰ ਸਿੰਘ ਸਰਾਭਾ, ਜਿਸ ਨੂੰ ਫਾਂਸੀ ਦੀ ਸਜ਼ਾ ਹੋਈ ਨੂੰ 2 ਮਹੀਨੇ ਦੇ ਲਗਭਗ ਸਮਾਂ ਹੋ ਚੁੱਕਾ ਸੀ, ਤੇ ਜਿਸ ਬਾਰੇ ਬੀਰੀ ਨੂੰ ਇਹ ਤੁੜਕੂ ਲੱਗਾ ਰਹਿੰਦਾ ਸੀ ਕਿ ਅੱਜ ਵੀ ਉਹ ਫਾਹੇ ਟੰਗਿਆ ਭਲਕੇ ਵੀ ਟੰਗਿਆ। ਮਰਨਾਊ ਨੂੰ ਇੱਕ ਵਾਰੀ ਵੇਖਣ ਦੀ ਤਮੰਨਾ ਬੀਰੀ ਨੂੰ ਹਰ ਵੇਲੇ ਤੜਪਾਉਂਦੀ ਰਹਿੰਦੀ ਸੀ, ਪਰ ਇਹ ਕੰਮ ਉਸ ਲਈ ਅਸਲੋਂ ਹੀ ਅਸੰਭਵ ਸੀ। ਅਖਬਾਰਾਂ ਰਾਹੀਂ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਛੁੱਟ ਨਿਕਟਵਰਤੀ ਰਿਸ਼ਤੇਦਾਰਾਂ, ਮਾਪਿਆਂ, ਭਰਾ ਜਾਂ ਪਤਨੀ ਤੋਂ ਫਾਂਸੀ ਦੇ ਸਜ਼ਾਵਾਰਾਂ ਨਾਲ ਹੋਰ ਕਿਸੇ ਨੂੰ ਵੀ ਮੁਲਾਕਾਤ ਕਰਨ ਦੀ ਆਗਿਆ ਨਹੀਂ ਸੀ ਮਿਲਦੀ। ਹੱਦ ਦਰਜੇ ਦੀ ਤੜਪਾਊ ਹਾਲਤ ਵਿੱਚੋਂ ਗੁਜ਼ਰ ਰਹੀ ਸੀ ਬੀਰੀ। ਕਈ ਵਾਰਾਂ ਤਾਂ ਇਸ ਤੜਪਣੀ ਤੋਂ ਆਤੁਰ ਹੋ ਕੇ ਉਹ ਇੱਥੋਂ ਤੱਕ ਸੋਚਣ ਲੱਗ ਪੈਂਦੀ, ਕੀ ਫਾਇਦਾ ਇਸ ਹਾਲਤ ਵਿੱਚ ਜੀਣ ਦਾ, ਕਿਉਂ ਨਾ ਸਰਾਬੇ ਦੀ ਉਸੇ ਨਿਸ਼ਾਨੀ ਪਿਸਤੌਲ ਦੀ ਮਦਦ ਨਾਲ ਹਮੇਸ਼ਾ ਲਈ ਇਸ ਕਸ਼ਟ ਤੋਂ ਛੁਟਕਾਰਾ ਪਾ ਜਾਵਾਂ। ਪਰ ਇਸ ਦੇ ਨਾਲ ਹੀ ਜਦ ਇੱਕ ਹੋਰ ਖਿਆਲ ਉਸ ਨੂੰ ਆਉਂਦਾ ਤਾਂ ਉਹ ਹੋਰ ਤਰ੍ਹਾਂ ਸੋਚਦੀ, ਜੇ ਸਰ ਪਰ ਮਰਨਾ ਹੀ ਹੈ ਤਾਂ ਐਡੀ ਬੇਸਵਾਦ ਮੌਤੇ ਕਿਉਂ, ਕੁਝ ਕਰਕੇ ਕਿਉਂ ਨਾ ਮਰਾਂ। ਮਨੁੱਖ ਉੱਤੇ ਜਦੋਂ ਕੋਈ ਐਸਾ ਸਮਾਂ ਆ ਬਣੇ ਜਦੋਂ ਕਿਸੇ ਵੀ ਪਾਸੇ ਉਸ ਲਈ ਕੋਈ ਆਸ ਬਾਕੀ ਨਾ ਰਹੇ, ਸਾਰੇ ਹੀ ਆਸਰੇ ਪਰਨੇ ਖਤਮ ਹੋ ਗਏ ਹੋਣ, ਤਾਂ ਅਕਸਰ ਕੁਦਰਤ ਦਾ ਕੋਈ ਗੈਬੀ ਹੱਥ ਅਗਾਂਹ ਵੱਧ ਕੇ ਉਸ ਦੀ ਬੌੜੀ ਕਰਿਆ ਕਰਦਾ ਹੈ। ਬੀਰੀ ਦਾ ਵਿਸ਼ਵਾਸ ਸੀ ਇਸ ਨਿਰਾਸ਼ਾ ਭਰੇ ਸਮੇਂ ਵਿੱਚ ਦਿਆਲੇ ਦੀ ਆਮਦ ਅਸਲ ਵਿੱਚ ਕੁਦਰਤ ਦਾ ਹੀ ਕੋਈ ਗੁਪਤ ਚਮਤਕਾਰ ਸੀ। ਜੇ ਕਦੇ ਦਿਆਲਾ ਨਾ ਹੁੰਦਾ ਤਾਂ ਸੰਭਵ ਸੀ ਕਿ ਮੌਜੂਦਾ ਕਿਸਮ ਦੇ ਸਾਹ ਘੁੱਟਵੇਂ ਵਾਤਾਵਰਣ ਵਿੱਚ ਬੀਰੀ ਬਹੁਤ ਦਿਨ ਜਿਉਂਦੀ ਨਾ ਰਹਿ ਸਕਦੀ। ਦਿਆਲਾ ਹੁਣ ਬੀਰੀ ਦਾ ਨੌਕਰ ਨਾ ਰਹਿ ਕੇ ਉਸ ਦਾ ਇੱਕ ਐਸਾ ਸਹਾਰਾ ਬਣ ਚੁੱਕਾ ਸੀ, ਜਿਸ ਸਹਾਰੇ ਨੇ ਉਸ ਨੂੰ ਜੇ ਜ਼ਿਆਦਾ ਨਹੀਂ ਤਾਂ ਪੈਰਾਂ ਉੱਤੇ ਖੜੀ ਰਹਿਣ ਜੋਗੀ ਜ਼ਰੂਰ ਕਰ ਦਿੱਤਾ ਸੀ। ਜਿਉਂ-ਜਿਉਂ ਬੀਰੀ ਉਸ ਨਾਲ ਨੇੜਤਾ ਭਰਿਆ ਵਰਤਾਓ ਕਰਦੀ, ਤਿਵੇਂ-ਤਿਵੇਂ ਦਿਆਲੇ ਦੀ ਆਤਮਾ ਵਿਕਸਦੀ ਜਾਂਦੀ। ਹੁਣ ਉਸ ਨੂੰ ਆਪਣੇ ਦੇਵੀ ਦਿਆਲ ਹੋਣ ਬਾਰੇ ਕੋਈ ਸੰਦੇਹ ਨਹੀਂ ਸੀ ਰਿਹਾ, ਖਾਸ ਕਰਕੇ ਜਿੱਦਣ ਤੋਂ ਬੀਰੀ ਨੇ ਉਸ ਨੂੰ ਪੂਰਾ ਨਾਂ ਲੈ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਤਦ ਤੋਂ ਉਸ ਦੇ ਅਹਿਸਾਸਾਂ ਵਿੱਚ ਇਸ ਤਰ੍ਹਾਂ ਦੇ ਭਾਵ ਪੈਦਾ ਹੋਣ ਲੱਗ ਪਏ ਜਿਵੇਂ ਦੇਵੀ ਉਸ ਉੱਤੇ ਨਿਰੀ ਦਿਆਲ ਹੀ ਨਹੀਂ ਬਲਕਿ ਆਪਣੀਆਂ ਕਈ ਦੇਵੀ ਸ਼ਕਤੀਆਂ ਵੀ ਉਸ ਨੂੰ ਪ੍ਰਦਾਨ ਕਰਦੀ ਜਾ ਰਹੀ ਹੈ। ਪਹਿਲਾਂ ਵਾਂਗ ਹੁਣ ਦਿਆਲਾ ਆਪਣੇ ਘਟੀਆਪਣ ਦੇ ਅਹਿਸਾਸ ਹੇਠ ਦੱਬਿਆ ਨਹੀਂ ਸੀ ਰਹਿੰਦਾ, ਬਲਕਿ ਉਹ ਬੀਰੀ ਨਾਲ ਖੁੱਲ੍ਹ ਕੇ ਗੱਲਾਂ ਕਰ ਸਕਦਾ ਸੀ। ਉਸ ਦੀ ਬੋਲਚਾਲ ਵਿੱਚ ਕਾਫੀ ਸੁਧਾਰ ਹੁੰਦਾ ਜਾ ਰਿਹਾ ਸੀ। ਉਸ ਦਾ ਮਨ ਹੁਣ ਚੜ੍ਹਦੀਆਂ ਕਲਾ ਵਿੱਚ ਰਹਿੰਦਾ ਤੇ ਉਸ ਦਾ ਉਤਸ਼ਾਹ ਦਿਨੋਂ ਦਿਨ ਵਧੀ ਜਾ ਰਿਹਾ ਸੀ। ਤੇ ਫੇਰ ਜਦ ਬੀਰੀ ਨਾਲ ਉਸ ਦਾ ਵਾਰਤਾਲਾਪ ਇੱਥੋਂ ਤੱਕ ਨਿਸੰਗ ਹੋ ਗਿਆ ਕਿ ਅਨੇਕ ਰਾਸ ਦੀਆਂ ਗੱਲਾਂ ਵੀ ਕਈਆਂ ਸੁਣੀਆਂ ਜਾਣ ਲੱਗ ਪਈਆਂ, ਤਾਂ ਬੀਰੀ ਪ੍ਰਤੀ ਉਸ ਦੀ ਸ਼ਰਧਾ ਵਿੱਚ 100 ਗੁਣਾ ਵਾਧਾ ਹੋ ਗਿਆ। ਸੱਚੋਂ ਹੀ ਇਹ ਘਟਨਾ ਉਸ ਦੇ ਅਸਚਰਜ ਦੀ ਸੀਮਾ ਸੀ ਕਿ ਦੇਵੀ ਆਪਣੇ ਆਸਣ ਤੋਂ ਕਦੀ-ਕਦੀ ਇਤਨੀ ਹੇਠਾਂ ਉਤਰ ਆਉਂਦੀ ਹੈ ਕਿ ਭਗਤ ਦਾ ਹੱਥ ਫੜ ਕੇ ਆਪਣੇ ਮੱਥੇ ਛੁਹਾਉਂਦੀ।
ਇਸ ਮਹਾ ਅਨੁਗ੍ਰਹਿ ਨੂੰ ਪਾ ਕੇ ਦਿਆਲੇ ਦਾ ਰੋਮ ਰੋਮ ਪੁਲਕਿਤ ਹੋ ਉੱਠਦਾ। ਦਿਆਲਾ ਧੰਨ ਧੰਨ ਹੋ ਜਾਂਦਾ। ਦਿਆਲਾ ਆਪਣੇ ਆਪ ਨੂੰ ਭਾਗਸ਼ੀਲਤਾ ਦੀ ਸਿਖਰ ਤੇ ਮਹਿਸੂਸ ਕਰਨ ਲੱਗਦਾ। ਪਰ ਇਤਨਾ ਹੋਣ ਤੇ ਵੀ ਕਦੀ ਕਦੀ ਦਿਆਲੇ ਦਾ ਮਨ ਡਾਵਾਂਡੋਲ ਹੋ ਜਾਂਦਾ ਜਦ ਉਸ ਦੀ ਨਜ਼ਰ ਬੀਰੀ ਦੇ ਨਕਸ਼ਾਂ ਦੀ ਡੂੰਘਾਣ ਨੂੰ ਪਾਰ ਕਰਕੇ ਉਸ ਦੇ ਹਿਰਦੇ ਤੱਕ ਜਾ ਪਹੁੰਚਦੀ। ਆਖਰ ਕੀ ਕਾਰਨ ਸੀ ਕਿ ਇਹ ਦੇਵੀ ਹੁੰਦਿਆਂ ਹੋਇਆਂ ਵੀ ਹਰ ਵੇਲੇ ਕਿਸੇ ਆਤਮਦਾਹ ਦੇ ਸੇਕ ਨਾਲ ਝੁਲਸਦੀ ਰਹਿੰਦੀ ਹੈ। ਸਰਵ ਸ਼ਕਤੀਮਾਨ ਦੇਵੀ ਜਿਹੜੀ ਦਿਆਲੇ ਵਰਗੇ ਹਕੀਰ ਨੂੰ ਮਹਾਨ ਬਣਾਉਣ ਦੀ ਸ਼ਕਤੀ ਰੱਖਦੀ ਹੈ, ਕੀ ਉਹ ਆਪਣੇ ਆਪ ਨੂੰ ਨਹੀਂ ਹੁਲਸਾ ਸਕਦੀ, ਆਪਣੀ ਆਤਮਾ ਨੂੰ ਨਹੀਂ ਵਿਕਸਾ ਸਕਦੀ? ਤੇ ਜਦ ਇਹ ਜਿਗਿਆਸਾ ਨੇ ਦਿਆਲੇ ਨੂੰ ਬਹੁਤ ਹੀ ਆਤੁਰ ਕਰ ਦਿੱਤਾ ਤਾਂ ਇੱਕ ਦਿਨ ਇਹ ਵੱਡਾ ਸਾਰਾ ਪ੍ਰਸ਼ਨ ਉਸਦੇ ਛੋਟੇ ਜਿਹੇ ਮੂੰਹ ਵਿੱਚੋਂ ਫੁੱਟ ਹੀ ਨਿਕਲਿਆ। ਦੁਪਹਿਰਾਂ ਵੇਲੇ ਬੀਰੀ ਆਪਣੀ ਲਾਲ ਰੰਗ ਦੀ ਕਸ਼ਮੀਰੀ ਸ਼ਾਲ ਜਿਹੜੀ ਕਦੇ ਉਸਦੇ ਬਾਪੂ ਨੇ ਉਸ ਲਈ ਖਰੀਦੀ ਸੀ ਓੜ ਕੇ ਵਿਹੜੇ ਵਿੱਚ ਧੁੱਪ ਸੇਕ ਰਹੀ ਸੀ। ਦਿਆਲੇ ਦੀਆਂ ਲਾਈਆਂ ਹੋਈਆਂ ਸਬਜ਼ੀਆਂ ਖਾਸ ਕਰਕੇ ਮਟਰਾਂ ਨੂੰ ਫੁੱਲ ਪੈਣੇ ਸ਼ੁਰੂ ਹੋ ਗਏ ਸਨ। ਨਾਲੇ ਸਦਾ ਗੁਲਾਬ ਦੀਆਂ ਕਲਮਾਂ ਵਿੱਚੋਂ ਲੰਮੀਆਂ ਲੰਮੀਆਂ ਲਗਰਾਂ ਫੁੱਟਣ ਲੱਗ ਪਈਆਂ ਸਨ। ਕਿਸੇ ਕਿਸੇ ਲਗਰ ਨਾਲ ਤਾਂ ਨੰਨੀਆਂ ਡੋਡੀਆਂ ਵੀ ਪੈ ਗਈਆਂ ਸਨ। ਮੂਲੀਆਂ ਸ਼ਲਗਮਾਂ ਦੇ ਪੱਤਰ ਕਾਫੀ ਉੱਚੇ ਹੋ ਗਏ ਸਨ। ਬੀਰੀ ਦੇ ਧਿਆਨ ਨੂੰ ਇਸ ਵੇਲੇ ਇਸੇ ਹੀ ਬਨਸਪਤੀ ਦੇ ਸੁਹਾਣੇ ਕਿੱਤੇ ਨੇ ਖਿੱਚਿਆ ਹੋਇਆ ਸੀ। ਬਹੁਤ ਹੀ ਡੂੰਘੀ ਨੀਝ ਨਾਲ ਉਹ ਤੱਕੀ ਜਾ ਰਹੀ ਸੀ ਇਸ ਵੱਲ, ਇਤਨੀ ਡੂੰਘੀ ਨੀਝ ਨਾਲ ਕਿ ਉਸ ਦੀਆਂ ਪਲਕਾਂ ਨੂੰ ਸ਼ਾਇਦ ਹਿੱਲਣਾ ਵੀ ਭੁੱਲ ਗਿਆ ਸੀ। ਥੋੜੀ ਦੇਰ ਬਾਅਦ ਜਦ ਇਹ ਪਲਕਾਂ ਹਿੱਲੀਆਂ ਤਾਂ ਨਾਲ ਹੀ ਵਿੱਚੋਂ ਕੁਝ ਤੁਪਕੇ ਸਿਮ ਕੇ ਉਸ ਦੀਆਂ ਗੱਲਾਂ ਵੱਲ ਤਿਲਕ ਆਏ। ਬੀਰੀ ਨੇ ਇੱਕ ਲੰਮਾ ਹੌਕਾ ਭਰਿਆ। ਉਸ ਦੀ ਨਜ਼ਰ ਕਿਆਰੀਆਂ ਵੱਲੋਂ ਮੁੜੀ ਤੇ ਮੰਜੇ ਦੇ ਲਾਗੇ ਉਸਨੇ ਦਿਆਲੇ ਨੂੰ ਤੱਕਿਆ ਜਿਸ ਦੇ ਹੱਥ ਜੁੜੇ ਹੋਏ ਤੇ ਸਿਰ ਝੁਕਿਆ ਹੋਇਆ ਸੀ। ਜਦ ਹੋਰ ਧਿਆਨ ਨਾਲ ਉਸ ਤੱਕਿਆ ਤਾਂ ਦਿਆਲੇ ਦੀਆਂ ਅੱਖਾਂ ਦਾ ਵੀ ਉਸ ਨੂੰ ਉਹੀ ਹਾਲ ਦਿਖਾਈ ਦਿੱਤਾ ਜਿਹਾ ਉਸ ਦੀਆਂ ਆਪਣੀਆਂ ਦਾ ਸੀ। ਦੇਵੀ ਦਿਆਲ ਡੂੰਘੇ ਜਜ਼ਬੇ ਵਿੱਚੋਂ ਉਸ ਪੁਕਾਰਿਆ, ਕਿਉਂ, ਕੀ ਗੱਲ ਏ? ਦੇਵੀ ਹੋਰਾਂ ਦੀ ਮਿਹਰ ਏ ਜੀ, ਦਿਆਲੇ ਨੇ ਭੁੰਜੇ ਬੈਠਦਿਆਂ ਉੱਤਰ ਦਿੱਤਾ। ਅੱਖਾਂ ਕਿਉਂ ਭਰ ਲਈਆਂ ਨੇ? ਕੋਈ ਗੱਲ ਨਹੀਂ ਦੇਵੀ ਜੀ। ਦਿਆਲੇ ਦੇ ਮਨ ਵਿੱਚ ਕੀ ਹੈ ਇਸ ਬਾਰੇ ਨਾਲੇ ਘਰ ਦੇ ਜੀਆਂ ਬਾਰੇ ਹਕੀਕਤ ਨੂੰ ਜਾਣਨ ਸਮਝਣ ਲਈ ਦਿਆਲਾ ਕਿੰਨਾ ਉਤਸੁਕ ਰਹਿੰਦਾ ਹੈ। ਬੀਰੀ ਕੀ ਦਿਆਲੇ ਦੇ ਮਨ ਨੂੰ ਪੜ੍ਹ ਨਾ ਸਕੀ ਹੋਵੇਗੀ? ਇਸ ਵੇਲੇ ਖਾਸ ਤੌਰ ਤੇ ਦਿਆਲਾ ਕਿਨਾਂ ਉਦਗਾਰਾਂ ਦਾ ਪ੍ਰੇਰਿਆ ਹੋਇਆ ਉਸ ਪਾਸ ਚਲਾ ਆਇਆ ਹੈ, ਇਹ ਵੀ ਲਗਭਗ ਉਸ ਤੋਂ ਗੁੱਝਾ ਨਹੀਂ ਸੀ। ਇੱਥੇ ਮੰਜੇ ਤੇ ਬੈਠ, ਬੀਰੀ ਨੇ ਉਸ ਨੂੰ ਕਿਹਾ। ਪਰ ਦਿਆਲਾ ਟਸ ਤੋਂ ਮਸ ਨਹੀਂ ਹੋਇਆ। ਗੁਰੂ ਕੰਨਿਆ ਦਾ ਹੀ ਨਹੀਂ ਬਲਕਿ ਸਾਖਿਆਤ ਦੇਵੀ ਦਾ ਐਡਾ ਕਰੜਾ ਹੁਕਮ, ਇਹ ਤਾਂ ਉਸ ਲਈ ਧਰਮ ਪੋਥੀ ਉੱਤੇ ਪੈਰ ਰੱਖਣ ਨਾਲੋਂ ਵੀ ਵੱਧ ਅਪਰਾਧ ਸੀ। ਛੇਕੜ ਬੀਰੀ ਨੇ ਉਸ ਨੂੰ ਉਵੇਂ ਹੀ ਬੈਠਾ ਰਹਿਣ ਦੇ ਕੇ ਕਿਹਾ, ਤੱਕ ਮੇਰੇ ਵੱਲ। ਦਿਆਲੇ ਦੀਆਂ ਸ਼ਰਧਾ ਨਾਲ ਡੁੱਬੀਆਂ ਅੱਖਾਂ ਉਤਾ ਉੱਠੀਆਂ। ਕਿੰਨਾ ਚਿਰ ਹੋ ਗਿਆ ਤੈਨੂੰ ਇਸ ਘਰ ਵਿੱਚ ਆਇਆ? ਦਿਆਲੇ ਨੇ ਹਿਸਾਬ ਲਾ ਕੇ ਦੱਸ ਦਿੱਤਾ। ਇੱਕ ਗੱਲ ਪੁੱਛਾਂ? ਪੁੱਛੋ ਦੇਵੀ ਜੀ। ਸੱਚੋ ਸੱਚ ਦੱਸੇਗਾ? ਦੇਵੀ ਮਾਤਾ ਅੱਗੇ ਕੂੜ ਮਾਰਿਆ। ਜੀਭ ਨਾ ਸੜ ਵੈਸੀ ਦੇਵੀ ਜੀ, ਕਦੇ ਤੇਰਾ ਦਿਲ ਨਹੀਂ ਕੀਤਾ ਇਸ ਘਰ ਬਾਬਤ ਪੁੱਛਣ ਨੂੰ? ਤੁਸੀਂ ਅੰਤਰਜਾਮੀ ਹੋ ਦੇਵੀ ਜੀ, ਹੱਬਾ ਸਭ ਜਾਣਦੇ ਹੋ। ਅੱਛਾ ਦੇਵੀ ਦਿਆਲ, ਬੀਰੀ ਨੇ ਭੈਣ ਸਨੇਹ ਵਰਗੀ ਨਜ਼ਰੇ ਉਸ ਵੱਲ ਤੱਕਦਿਆਂ ਕਿਹਾ, ਪਹਿਲਾਂ ਇਹ ਦੱਸ ਇੱਥੇ ਆਉਣ ਤੋਂ ਬਾਅਦ ਕਿਹੜੀਆਂ ਗੱਲਾਂ ਨੇ ਤੈਨੂੰ ਹੈਰਾਨੀ ਵਿੱਚ ਪਾਇਆ ਤੇ ਕੀ ਕੁਝ ਜਾਣਨ ਦੀ ਤੇਰੇ ਅੰਦਰ ਖਾਹਸ਼ ਪੈਦਾ ਹੋਈ? ਜੇ ਤੂੰ ਸਾਰਾ ਕੁਝ ਦੱਸ ਦਿੱਤਾ ਤਾਂ ਮੈਂ ਵੀ ਤੈਨੂੰ ਸਾਰਾ ਕੁਝ ਦੱਸ ਦਿਆਂਗੀ। ਆਗਿਆ ਦਾ ਪਾਲਣ ਕਰਦਿਆਂ ਦਿਆਲੇ ਨੇ ਪੂਰੇ ਵੇਰਵੇ ਨਾਲ ਤੇ ਪੂਰੀ ਚੌਕਸੀ ਨਾਲ ਆਪਣੇ ਦਿਲ ਦੇ ਭੇਦ ਉਗਲਣੇ ਸ਼ੁਰੂ ਕਰ ਦਿੱਤੇ। ਉਸ ਨੂੰ ਖਤਰਾ ਸੀ ਕਿ ਜ਼ਰਾ ਜਿੰਨੀ ਵੀ ਕੋਈ ਗੱਲ ਗਲਤ ਕਹਿ ਗਿਆ ਤਾਂ ਅੰਤਰਜਾਮਣੀ ਦੇਵੀ ਜੀ ਨੂੰ ਪਤਾ ਲੱਗ ਜਾਵੇਗਾ। ਅਸਲ ਵਿੱਚ ਦਿਆਲੇ ਦੇ ਥਾਂ ਭਾਵੇਂ ਕੋਈ ਵੀ ਨੌਕਰ ਇਸ ਘਰ ਵਿੱਚ ਆ ਕੇ ਰਹਿੰਦਾ, ਜ਼ਰੂਰ ਇਹਨਾਂ ਦੋਹਾਂ ਪ੍ਰਸ਼ਨਾਂ ਦੀ ਸਮੀਖਿਆ ਉਸ ਨੂੰ ਵਿਚਲਿਤ ਕਰ ਦਿੰਦੀ। ਬਾਬਾ ਜੀ ਦੀ ਹੀ ਬਾਬਤ ਦਿਆਲੇ ਨੂੰ ਘੱਟ ਹੈਰਾਨੀ ਨਹੀਂ ਸੀ ਰਹਿੰਦੀ। ਇੱਕ ਤਾਂ ਗੁਣ, ਕਰਮ ਤੇ ਸੁਭਾਅ, ਤਿੰਨਾਂ ਦੇ ਹੀ ਪੱਖੋਂ ਬਾਬਾ ਜੀ ਵਿੱਚ ਜ਼ਮੀਨ ਅਸਮਾਨ ਜਿੰਨਾ ਪਰਿਵਰਤਨ ਤੱਕ ਹੈ। ਦਿਆਲੇ ਨੇ ਭਾਵੇਂ ਆਪਣੀ ਜ਼ਿੰਦਗੀ ਵਿੱਚ ਪਿਓ ਬਣ ਕੇ ਨਹੀਂ ਸੀ ਵੇਖਿਆ, ਪਰ ਜਿਨ੍ਹਾਂ ਅਣਗਿਣਤ ਪਿਓਆਂ ਨੂੰ ਅੱਜ ਤੀਕ ਉਸ ਵੇਖਿਆ ਸੀ, ਕੀ ਉਹਨਾਂ ਵਿੱਚ ਕੋਈ ਵੀ ਐਸਾ ਸੀ ਜਿਹੜਾ ਆਪਣੀ ਸੰਤਾਨ ਨਾਲ ਬਾਬਾ ਜੀ ਵਰਗਾ ਬੇਮੁਰੱਵਤ ਵਰਤਾਓ ਕਰਦਾ? ਕਈ ਵਾਰ ਤਾਂ ਦਿਆਲਾ ਇੱਥੋਂ ਤੱਕ ਸੋਚਣ ਲਈ ਮਜਬੂਰ ਹੋ ਜਾਂਦਾ, ਇਹ ਦੇਵੀ ਸਾਹਿਬਾਂ ਦੀ ਮਤਰੇਈ ਧੀ ਹੋਵੇਗੀ, ਪਰ ਮਤਰੇਈਆਂ ਧੀਆਂ ਨਾਲ ਵੀ ਤਾਂ ਮਾਪੇ ਕੁਝ ਹਿੱਤ ਰੱਖਦੇ ਹੀ ਹੋਣਗੇ। ਇੱਥੇ ਤਾਂ ਦਿਆਲਾ ਸਭ ਕੁਝ ਹੋਰ ਦਾ ਹੋਰ ਹੀ ਵੇਖਦਾ ਸੀ। ਮਨ ਦੀ ਇਹ ਸਾਰੀ ਵਿਥਿਆ ਦਿਆਲੇ ਨੇ ਬੀਰੀ ਅੱਗੇ ਫੋਲ ਦਿੱਤੀ ਤੇ ਜਦ ਬੀਰੀ ਨੇ ਉਸ ਨੂੰ ਪੁੱਛਿਆ ਬਸ ਕਿ ਕੁਝ ਹੋਰ ਦੱਸਣਾ ਹੀ, ਤਾਂ ਦਿਆਲੇ ਨੇ ਹੋਰ ਵੀ ਕੁਝ ਦੇ ਸਿਰਲੇਖ ਥੱਲੇ ਮਨ ਦਾ ਉਹ ਪਾਸਾ ਵੀ ਬੀਰੀ ਨੂੰ ਦਿਖਾਲ ਦਿੱਤਾ ਜਿੱਥੇ ਬੀਰੀ ਪ੍ਰਤੀ ਐਡੀ ਉੱਚੀ ਸ਼ਰਧਾ ਦੇ ਨਾਲ ਨਾਲ ਹਰ ਵੇਲੇ ਇਹ ਵਿਚਾਰ ਵੀ ਉੜੁੰਗੇ ਰਹਿੰਦੇ ਸਨ, ਦੇਵੀ ਜੀ ਨੂੰ ਆਖਰ ਕਿਹੜਾ ਕੋਈ ਇਹੋ ਜਿਹਾ ਸਦਮਾ ਹੈ ਜਿਸ ਦੇ ਅਸਰ ਨਾਲ ਇਹ ਹਰ ਵੇਲੇ ਲੁਕ ਲੁਕ ਕੇ ਆਹੀਂ ਭਰਦੇ ਤੇ ਕਦੇ ਕਦੇ ਲੁਕ ਲੁਕ ਕੇ ਅਥਰੂ ਵੀ ਪੂੰਝਦੇ ਦਿਖਾਈ ਦਿੰਦੇ ਨੇ। ਅੱਜ ਵੀ ਤਾਂ ਉਸ ਨੂੰ ਕੁਝ ਐਸਾ ਹੀ ਦਿਖਾਈ ਦਿੱਤਾ ਸੀ ਜਿਸ ਦੇ ਅਸਰ ਨਾਲ ਉਹ ਹੱਥਲੇ ਕੰਮਾਂ ਨੂੰ ਵਿੱਚੇ ਛੱਡ ਕੇ ਬੀਰੀ ਵੱਲ ਖਿੱਚਿਆ ਆਇਆ ਸੀ।
ਦੋਹਾਂ ਮਜ਼ਮੂਨਾਂ ਦੀ ਵਿਆਖਿਆ ਕਰ ਚੁੱਕਣ ਤੋਂ ਬਾਅਦ ਦਿਆਲਾ ਜਦ ਰੁਕਿਆ ਤਾਂ ਬੀਰੀ ਦੀ ਨਜ਼ਰ ਉਸ ਦੀਆਂ ਅੱਖਾਂ ਤੇ ਟਿਕੀ ਹੋਈ ਸੀ, ਨਮਨਾਕ ਅੱਖਾਂ ਉੱਤੇ। ਤੇ ਇਸ ਤੋਂ ਬਾਅਦ ਵਾਰੀ ਸੀ ਬੀਰੀ ਦੀ। ਉੱਠ ਕੇ ਮੰਜੇ ਤੇ ਹੋ ਬੈਠ। ਬੀਰੀ ਨੇ ਉਸ ਨੂੰ ਭੁੰਜੇ ਬੈਠੇ ਨੂੰ ਬਾਹੋਂ ਫੜ ਕੇ ਫੇਰ ਉਠਾਲਣ ਦਾ ਯਤਨ ਕਰਦਿਆਂ ਕਿਹਾ, ਪਰ ਦਿਆਲੇ ਲਈ ਕਿ ਐਸਾ ਕਰਨਾ ਸੰਭਵ ਸੀ, ਐਡੀ ਅਣਹੋਣੀ ਗੱਲ। ਛੇਕੜ ਬੀਰੀ ਨੇ ਉਸ ਨੂੰ ਉਵੇਂ ਹੀ ਭੁੰਜੇ ਬੈਠੇ ਨੂੰ ਉਹ ਸਭ ਕੁਝ ਨਿਰਸੰਕੋਚ ਹੋ ਕੇ ਸੁਣਾਉਣਾ ਸ਼ੁਰੂ ਕੀਤਾ ਜੋ ਸੁਣਨ ਦੀ ਦਿਆਲੇ ਨੂੰ ਇੱਛਾ ਸੀ, ਬਲਕਿ ਇਦੋਂ ਵੀ ਬਹੁਤ ਸਾਰਾ ਵਾਧੂ। ਇਸ ਬਾਰੇ ਬਿਆਨ ਵਿੱਚ ਬੀਰੀ ਨੇ ਜੋ ਕੋਈ ਗੱਲ ਲੁਕਾਈ ਤਾਂ ਸਿਰਫ ਸਰਾਬੇ ਨਾਲ ਆਪਣੇ ਪਿਆਰ ਬਾਰੇ। ਇਹ ਇੱਕ ਐਸੀ ਕਹਾਣੀ ਸੀ ਜਿਸ ਨੂੰ ਇੱਕ ਕੁਆਰੀ ਲੜਕੀ ਸ਼ਾਇਦ ਜਨਾਨੀ ਅੱਗੇ ਵੀ ਬਿਆਨ ਕਰਨੋਂ ਸੰਗ ਜਾਵੇ। ਇਸ ਅੱਜ ਦੇ ਲੰਮੇ ਵਾਰਤਾਲਾਪ ਨੇ ਦੋਹਾਂ ਨੂੰ ਇੱਕ ਦੂਜੇ ਦੇ ਹੋਰ ਨੇੜੇ ਲੈ ਆਂਦਾ ਤੇ ਉਸ ਤੋਂ ਬਾਅਦ ਇਸ ਨੇੜਤਾ ਨੇ ਇੱਕ ਹੋਰ ਸ਼ਕਲ ਫੜੀ। ਬੀਰੀ ਲਈ ਦਿਆਲਾ ਉਹੀ ਦਰਜਾ ਪ੍ਰਾਪਤ ਕਰ ਚੁੱਕਾ ਸੀ ਜਿਹੜਾ ਉਸ ਲਈ ਸੁਦਰਸ਼ਨ ਦਾ ਸੀ। ਉਸ ਦਾ ਦਿਲ ਚਾਹੁੰਦਾ ਸੀ ਕਿ ਉਹ ਉਸ ਨੂੰ ਵੀਰ ਕਹਿ ਕੇ ਪੁਕਾਰੇ, ਪਰ ਦਿਆਲੇ ਲਈ ਇਹ ਸੌਦਾ ਢੇਰ ਮਹਿੰਗਾ ਸੀ। ਪਰਮਾਤਮਾ ਦਾ ਦੂਸਰਾ ਰੂਪ ਹੁੰਦੇ ਨੇ ਦੇਵੀ ਦੇਵਤੇ। ਕਿਸ ਤਰ੍ਹਾਂ ਉਹ ਦੇਵੀ ਦੇ ਬਦਲੇ ਭੈਣ ਦਾ ਵਟਾਂਦਰਾ ਕਰ ਲੈਂਦਾ। ਹਾਲਾਤ ਭਾਵੇਂ ਕਿੰਨੇ ਹੀ ਬੀਰੀ ਲਈ ਕਸ਼ਟਕਾਰੀ ਸਨ, ਪਰ ਦਿਆਲੇ ਨਾਲ ਹੁਣ ਉਹ ਹਰ ਤਰ੍ਹਾਂ ਦੇ ਦੁੱਖ ਸੁੱਖ ਫੋਲ ਲੈਂਦੀ। ਮੋਟੀ ਬੁੱਧ ਵਾਲਾ ਹੋਣ ਕਰਕੇ ਉਹ ਭਾਵੇਂ ਰਾਜਨੀਤਿਕ ਗੱਲਾਂ ਨੂੰ ਸਮਝਣੋਂ ਅਸਮਰੱਥ ਸੀ, ਫਿਰ ਵੀ ਬੀਰੀ ਪਾਸੋਂ ਉਸ ਨੂੰ ਮੋਟੇ ਤੌਰ ਤੇ ਕੁਝ ਕੁ ਜਾਣਕਾਰੀ ਇਸ ਬਾਰੇ ਪ੍ਰਾਪਤ ਹੋਈ। ਉਸ ਦਾ ਫਲ ਰੂਪ ਦਿਆਲੇ ਦੀਆਂ ਅੱਖਾਂ ਕਾਫੀ ਹੱਦ ਤੀਕ ਖੁੱਲ੍ਹਦੀਆਂ ਜਾ ਰਹੀਆਂ ਸਨ। ਤਾਂ ਹੀ ਇੱਕ ਦਿਨ ਇੱਕ ਨਵਾਂ ਕਾਂਡ ਉਪਸਥਿਤ ਹੋਇਆ ਜਿਸ ਨੇ ਸਾਰਾ ਹੀ ਨਕਸ਼ਾ ਬਦਲ ਕੇ ਰੱਖ ਦਿੱਤਾ। ਬਾਬਾ ਜੀ ਨੂੰ ਘਰੋਂ ਗਿਆ ਮਹੀਨੇ ਤੋਂ ਕੁਝ ਦਿਨ ਉੱਪਰ ਹੋ ਗਏ ਸਨ। ਮੱਘਰ ਚੜ੍ਹ ਪੈਣ ਕਰਕੇ ਸਰਦੀ ਜ਼ੋਰਾਂ ਉੱਤੇ ਸੀ। ਬੀਰੀ ਵਿਹੜੇ ਵਿੱਚ ਬੈਠੀ ਧੁੱਪ ਸੇਕ ਰਹੀ ਸੀ ਕਿ ਦਿਆਲੇ ਨੇ ਬਾਹਰੋਂ ਆ ਕੇ ਇੱਕ ਲਿਫਾਫਾ ਤੇ ਪਰਚਾ ਉਸ ਨੂੰ ਫੜਾਇਆ। ਬੀਰੀ ਆਪਣੀ ਡਾਕ ਕਿਸੇ ਸਹੇਲੀ ਦੇ ਪਤੇ ਤੇ ਮੰਗਾਉਂਦੀ ਸੀ। ਲਿਫਾਫੇ ਉੱਤੇ ਉਰਦੂ ਵਿੱਚ ਲਿਖਿਆ ਹੋਇਆ ਸੀ, ਨਾਨੀ ਸਾਹਿਬਾ। ਖੋਲ ਕੇ ਉਸ ਵੇਖਿਆ, ਇਹ ਇੱਕ ਛਪੀ ਹੋਈ ਕਵਿਤਾ ਸੀ ਜਿਸ ਦਾ ਸਿਰਲੇਖ ਸੀ ਕਰਤਾਰ ਸਿੰਘ ਸਰਾਭਾ ਦਾ ਅੰਤਮ ਸੰਦੇਸ਼, ਜਿਹੜਾ ਉਹਨਾਂ ਨੇ ਦੇਸ਼ ਵਾਸੀਆਂ ਦੇ ਨਾਂ ਜੇਲ੍ਹ ਵਿੱਚੋਂ ਭੇਜਿਆ। ਬੀਰੀ ਨੇ ਉਸ ਨੂੰ ਪੜ੍ਹਨਾ ਸ਼ੁਰੂ ਕੀਤਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਵੇਖ ਕੇ ਨਹੀਂ ਘਬਰਾ ਜਾਣਾ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਵਾਸੀਆਂ ਦੇ, ਵਾਸੀਆਂ ਦੇ। ਸਾਡੀ ਮੌਤ ਨੇ ਵਤਨ ਦੇ ਵਾਸੀਆਂ ਦੇ, ਦਿਲੀ ਵਤਨ ਦਾ ਇਸ਼ਕ ਜਗਾ ਜਾਣਾ। ਕਰਕੇ ਦੇਸ ਦੇ ਨਾਲ ਤਰੋ ਯਾਰੋ, ਦਾਗ ਕੌਮ ਦੇ ਮੱਥੇ ਨਾ ਲਾ ਜਾਣਾ। ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ, ਨਵਾਬ ਵਾਂਗੂ, ਨਵਾਬ ਵਾਂਗੂ। ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ, ਅਮਰ ਸਿੰਘ ਨਾ ਕਿਸੇ ਕਹਾ ਜਾਣਾ। ਜ਼ਿਲ੍ਹਾ ਹੈਨ ਕਾਲਜ ਵਤਨ ਸੇਵਕਾਂ ਦੇ, ਦਾਖਲ ਹੋਏ ਕੇ ਡਿਗਰੀਆਂ ਪਾ ਜਾਣਾ। ਹੁੰਦੇ ਫੇਲ ਬਹੁਤ ਤੇ ਪਾਸ ਥੋੜੇ, ਪਾਸ ਥੋੜੇ, ਪਾਸ ਥੋੜੇ। ਹੁੰਦੇ ਫੇਲ ਬਹੁਤ ਤੇ ਪਾਸ ਥੋੜੇ, ਵਤਨ ਵਾਸੀਓ ਦਿਲ ਨਾ ਢਾਹ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਇਸੇ ਰਸਤਿਓਂ ਤੁਸੀਂ ਵੀ ਆ ਜਾਣਾ। ਇਸੇ ਰਸਤਿਓਂ ਤੁਸੀਂ ਵੀ ਆ ਜਾਣਾ। ਇਸ ਰਸਤਿਓਂ ਤੁਸੀਂ ਵੀ ਆ ਜਾਣਾ। ਕਵਿਤਾ ਪੜ੍ਹ ਚੁੱਕਣ ਤੋਂ ਬਾਅਦ ਉਸਨੇ ਅਖਬਾਰ ਫੜਿਆ ਜਿਸ ਦੀ ਸਭ ਤੋਂ ਪਹਿਲੀ ਸੁਰਖੀ ਸੀ, ਬਾਗੀਆਂ ਦੀਆਂ ਸਜ਼ਾਵਾਂ ਬਾਰੇ ਵਾਇਸਰਾਏ ਦਾ ਅੰਤਮ ਫੈਸਲਾ। ਹੈਡਿੰਗ ਪੜ੍ਹਦਿਆਂ ਹੀ ਪਰਚਾ ਬੀਰੀ ਦੇ ਹੱਥ ਵਿੱਚ ਕੰਬਣ ਲੱਗ ਪਿਆ, ਪਰ ਪਰਚੇ ਨੂੰ ਉਸਨੇ ਤਦ ਤੀਕ ਹੱਥੋਂ ਨਹੀਂ ਛੱਡਿਆ ਜਦ ਤੀਕ ਹੇਠਲੀ ਸਾਰੀ ਖਬਰ ਉਸਨੇ ਪੜ੍ਹ ਨਾ ਲਈ, ਜੋ ਇੰਜ ਸੀ। ਲਾਹੌਰ 15 ਨਵੰਬਰ। ਲਾਹੌਰ ਕੌਂਸਪੀਰੇਸੀ ਕੇਸ ਤੇ ਫਾਂਸੀ ਦੀ ਸਜ਼ਾ ਪਾ ਚੁੱਕੇ ਦੋਸ਼ੀਆਂ ਦੀ ਵਾਇਸਰਾਏ ਵੱਲੋਂ ਕੀਤੀ ਜਾ ਰਹੀ ਨਿਗਰਾਨੀ ਦਾ ਫੈਸਲਾ ਹੇਠ ਲਿਖੇ ਅਨੁਸਾਰ ਹੋਇਆ। 24 ਦੋਸ਼ੀਆਂ ਵਿੱਚੋਂ 17 ਦੀ ਸਜ਼ਾ ਮੌਤ ਤੋਂ ਕਾਲੇ ਪਾਣੀ ਵਿੱਚ ਬਦਲ ਦਿੱਤੀ ਗਈ। ਬਾਕੀ 7 ਦੀ ਮੌਤ ਦੀ ਸਜ਼ਾ ਬਹਾਲ ਰੱਖੀ ਗਈ, ਜਿਨ੍ਹਾਂ ਦੇ ਨਾਂ ਸਨ ਕਰਤਾਰ ਸਿੰਘ ਪਿੰਡ ਸਰਾਭਾ ਲੁਧਿਆਣਾ, ਬਖਸ਼ੀਸ਼ ਸਿੰਘ ਪਿੰਡ ਗਿੱਲਵਾਲੀ ਅੰਮ੍ਰਿਤਸਰ, ਵਿਸ਼ਨੂੰ ਗਣੇਸ਼ ਪਿੰਗਲੇ ਪਿੰਡ ਲਟੇਗੁਆਨ ਪੂਨਾ, ਜਗਤ ਸਿੰਘ ਸੁਰ ਸਿੰਘ ਲਾਹੌਰ, ਹਰਨਾਮ ਸਿੰਘ ਪਿੰਡ ਗੁਰਾਇਆ ਸਿਆਲਕੋਟ, ਸੁਰੈਣ ਸਿੰਘ ਪਿੰਡ ਗਿੱਲਵਾਲੀ ਅੰਮ੍ਰਿਤਸਰ, ਸੁਰੈਣ ਸਿੰਘ ਗਿੱਲਵਾਲੀ ਅੰਮ੍ਰਿਤਸਰ। ਖਿਆਲ ਸੀ ਕਿ ਇਹਨਾਂ 7 ਨੂੰ 1-2 ਦਿਨਾਂ ਅੰਦਰ ਫਾਂਸੀ ਦੇ ਦਿੱਤੀ ਜਾਏਗੀ। ਖਬਰ ਦੇ ਖਾਤਮੇ ਤੱਕ ਬੀਰੀ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲੀ ਰੱਖਿਆ, ਪਰ ਇਸ ਤੋਂ ਅੱਗੇ ਉਸ ਦੀ ਹਾਲਤ ਇੱਕਦਮ ਬਦਲਣੀ ਸ਼ੁਰੂ ਹੋ ਗਈ ਤੇ ਦਿਆਲੇ ਦੀ ਚੌਕਸੀ ਨੇ ਉਸ ਨੂੰ ਡਿੱਗਣ ਤੋਂ ਬਚਾ ਲਿਆ। ਅਧਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਸੰਭਾਲ ਕੇ ਦਿਆਲੇ ਨੇ ਅੰਦਰ ਲੈ ਆਂਦਾ, ਪਰ ਉਸ ਤੋਂ ਥੋੜੀ ਹੀ ਦੇਰ ਬਾਅਦ ਬੀਰੀ ਮੁੜ ਚੇਤਨ ਹੋ ਗਈ।
ਦਿਆਲਾ ਸਖਤ ਘਬਰਾਇਆ ਹੋਇਆ ਸੀ। ਮਾਮਲਾ ਕੁਝ ਉਸ ਦੀ ਸਮਝ ਵਿੱਚ ਨਹੀਂ ਸੀ ਆ ਰਿਹਾ। ਬੇਸਬਰੀ ਨਾਲ ਬੀਰੀ ਦੇ ਅੱਗੇ ਪਿੱਛੇ ਫਿਰੀ ਜਾ ਰਿਹਾ ਸੀ। ਮੈਂ ਠੀਕ ਹਾਂ ਦੇਵੀ ਦਿਆਲ, ਬੀਰੀ ਨੇ ਉਸ ਦੀ ਘਬਰਾਹਟ ਨੂੰ ਭਾਂਪਦਿਆਂ ਕਿਹਾ, ਤੇ ਫਿਰ ਜਿੱਥੋਂ ਤੱਕ ਉਸ ਤੋਂ ਬਣ ਆਇਆ ਜਾਂ ਜਿੰਨਾ ਕੁ ਦਿਆਲੇ ਦੀ ਸਮਝ ਵਿੱਚ ਆ ਸਕਣ ਵਾਲਾ ਸੀ, ਬੀਰੀ ਨੇ ਸੰਖੇਪ ਵਿੱਚ ਉਸ ਨੂੰ ਇਸ ਦਾ ਕਾਰਨ ਦੱਸ ਦਿੱਤਾ। ਅੱਛਾ ਦੇਵੀ ਦਿਆਲ। ਜਦ ਪੂਰੇ ਤੌਰ ਤੇ ਬੀਰੀ ਦੀ ਹਾਲਤ ਠੀਕ ਹੋ ਗਈ ਤਾਂ ਉਸਨੇ ਦਿਆਲੇ ਨੂੰ ਕਿਹਾ, ਮੈਨੂੰ ਥੋੜੀ ਦੇਰ ਲਈ ਇਕੱਲਿਆਂ ਛੱਡ ਦੇ। ਦਿਆਲਾ ਉੱਠ ਕੇ ਬਾਹਰ ਚਲਾ ਗਿਆ ਤੇ ਉਸਦੇ ਬਾਹਰ ਨਿਕਲਦਿਆਂ ਹੀ ਬੀਰੀ ਨੇ ਅੰਦਰੋਂ ਬੂਹੇ ਦੀ ਸੰਗਲ ਚੜਾ ਲਈ। ਉਸ ਤੋਂ 2 ਕੁ ਘੰਟੇ ਬਾਅਦ ਜਦ ਬੀਰੀ ਨੇ ਬੂਹਾ ਖੋਲ੍ਹਿਆ ਤਾਂ ਦਿਆਲਾ ਉਵੇਂ ਹੀ ਬਾਹਰਲੀ ਕੰਧ ਨਾਲ ਜੁੜਿਆ ਖੜਾ ਸੀ। ਤੂੰ ਉਸ ਵੇਲੇ ਦਾ ਇੱਥੇ ਹੀ ਖੜਾ ਏ? ਉਸ ਪੁੱਛਿਆ। ਪਰ ਦਿਆਲੇ ਨੇ ਛੁੱਟ ਇੱਕ ਵਾਰੀ ਸਿਰ ਉਠਾ ਕੇ ਉਤਾਂਹ ਚੱਕਣ ਤੋਂ ਕੁਝ ਨਹੀਂ ਕਿਹਾ। ਅੰਦਰ ਆ ਜਾ। ਆਪਣੀ ਦੇਵੀ ਦਾ ਆਦੇਸ਼ ਪਾ ਕੇ ਦਿਆਲਾ ਦਹਿਲੀਜ਼ ਟੱਪਿਆ। ਅੰਦਰ ਆ ਕੇ ਉਸ ਵੇਖਿਆ ਇੱਕ ਦਰੀ ਵਿੱਚ ਛੋਟਾ ਜਿਹਾ ਬਿਸਤਰਾ ਬੱਝਾ ਪਿਆ ਸੀ। ਹੈਰਾਨ ਨਾ ਹੋ ਵੀਰ, ਬੀਰੀ ਨੇ ਅੱਜ ਪਹਿਲੀ ਵਾਰ ਉਸ ਨੂੰ ਇਹ ਅਨੋਖਾ ਸੰਬੋਧਨ ਕੀਤਾ। ਮੈਂ ਸ਼ਾਮ ਦੀ ਗੱਡੀ ਬਾਹਰ ਜਾ ਰਹੀ ਹਾਂ। ਤੁਸੀਂ ਦੇਵੀ ਜੀ? ਦਿਆਲੇ ਨੇ ਥਤਲਾਉਂਦਿਆਂ ਪੁੱਛਿਆ। ਮੈਂ ਇਕੱਲੀ ਜਾਵਾਂਗੀ ਤੇ ਤੈਨੂੰ ਘਰ ਦੀ ਸੰਭਾਲ ਰੱਖਣੀ ਹੋਵੇਗੀ। ਸ਼ਾਇਦ ਬਹੁਤ ਕੁਝ ਪੁੱਛਣ ਦੀ ਇੱਛਾ ਰੱਖਦਾ ਹੋਇਆ ਵੀ ਇਸ ਵੇਲੇ ਦਿਆਲਾ ਜ਼ਬਾਨ ਹਿਲਾਉਣ ਤੋਂ ਅਸਮਰੱਥ ਸੀ। ਬੜੀ ਮੁਸ਼ਕਲ ਨਾਲ ਇੰਨਾ ਹੀ ਪੁੱਛ ਸਕਿਆ, ਕਿੱਦੇ ਵੈਸੋ ਦੇਵੀ ਜੀ? ਇਹ ਹਾਲੇ ਨਹੀਂ ਦੱਸ ਸਕਦੀ। ਹਾਂ, ਗੱਲਾਂ ਮੇਰੀਆਂ ਧਿਆਨ ਨਾਲ ਸੁਣ। ਸੁਣਨਾ ਪਿਆ ਏ ਨਾ? ਸੁਣਨਾ ਪਿਆ ਦੇਵੀ ਜੀ। ਅੱਜ ਮੈਂ ਤੈਥੋਂ ਕੁਝ ਮੰਗਣ ਲੱਗੀ ਹਾਂ, ਦੇਵੇਂਗਾ? ਦੇਵੀ ਜੀ, ਡਡੋਲਿਕਾ ਹੋ ਕੇ ਉਹ ਬੋਲਿਆ। ਹੱਬਾ ਕੁਝ ਤੁਸਾਂ ਦਾ ਏ, ਮੈਂ ਸ਼ੁਦਾ ਕੇ ਦੇਣ ਜੋਗਾ? ਚਾਹ ਦੱਸੋ, ਜਿਤਨੇ ਜੋਗਾ ਇਹਾਂ ਕਾਈ ਕਸਰ ਨਾ ਰੱਖੇ ਸਾਂ। ਬਚਨ ਕਰ, ਸਹੁੰ ਚੁੱਕ ਦੇਵੀ ਦੇ ਚਰਨਾਂ ਦੀ। ਦਿਆਲਾ ਥੋੜਾ ਜਿੰਨਾ ਬੀਰੀ ਦੇ ਪੈਰਾਂ ਵੱਲ ਝੁਕਿਆ। ਜਦ ਤੱਕ ਮੈਂ ਨਾ ਮੁੜਾਂ ਤੂੰ ਇਸ ਘਰ ਨੂੰ ਛੱਡ ਕੇ ਨਹੀਂ ਜਾਏਂਗਾ, ਇਕਰਾਰ ਕਰਨਾ ਏ? ਸੱਤ ਬਚਨ ਦੇਵੀ ਜੀ। ਜਦੋਂ ਤੱਕ ਮੈਂ ਨਾ ਮੁੜਾਂ ਬਾਪੂ ਜੀ ਦੀ ਸੇਵਾ ਟਹਿਲ ਦੀ ਜ਼ਿੰਮੇਵਾਰੀ ਨਿਭਾਏਂਗਾ? ਮਨਜ਼ੂਰੀ? ਸਿਰ ਅੱਖਾਂ ਉੱਤੇ ਦੇਵੀ ਜੀ। ਬਾਪੂ ਜੀ ਜਦ ਕਦੀ ਤੈਨੂੰ ਉਦਾਸ ਦਿਖਾਈ ਦੇਣ ਤਾਂ ਹਰ ਹਿੱਲੇ ਉਹਨਾਂ ਦੀ ਉਦਾਸੀ ਦੂਰ ਕਰਨ ਦੀ ਕੋਸ਼ਿਸ਼ ਕਰੇਂਗਾ? ਦੱਸ, ਕਰੇਂਗਾ? ਜਿਤਨੇ ਜੋਗਾ ਇਹਾਂ ਦੇਵੀ ਜੀ ਸਰ ਪਰ ਕਰੇਸਾਂ, ਪਰ ਤੁਸਾਂ ਕਦਨ ਤੋੜੀ ਪੈ ਉਸੋ। ਕਹਿ ਚੁੱਕੀਆਂ ਕਿ ਇਸ ਬਾਰੇ ਮੈਨੂੰ ਕੁਝ ਨਾ ਪੁੱਛ। ਬੀਰੀ ਕਿੱਧਰ ਜਾ ਰਹੀ ਹੈ, ਕਿਉਂ ਜਾ ਰਹੀ ਹੈ? ਇਸ ਭੇਦ ਨੂੰ ਦਿਆਲਾ ਭਾਵੇਂ ਕੁਝ ਵੀ ਨਹੀਂ ਸੀ ਸਮਝ ਸਕਿਆ, ਪਰ ਇੰਨਾ ਕੁ ਉਭਾਸ ਉਸ ਦੇ ਅੰਦਰ ਹੋ ਰਿਹਾ ਸੀ ਕਿ ਬੀਰੀ ਦਾ ਇਹ ਜਾਣਾ ਸਧਾਰਨ ਨਹੀਂ। ਤੇ ਉਸ ਤੋਂ 2-2.5 ਘੰਟੇ ਬਾਅਦ ਬੀਰੀ ਗੱਡੀ ਵਿੱਚ ਸਵਾਰ ਸੀ ਤੇ ਜਦ ਗੱਡੀ ਨੇ ਪਹਿਲੀ ਵਿਸਲ ਦਿੱਤੀ ਤਾਂ ਕੋਲ ਖਲੋਤੇ ਦਿਆਲੇ ਵੱਲ ਉਸ ਨੇ ਦੋਵੇਂ ਬਾਹਾਂ ਵਧਾ ਦਿੱਤੀਆਂ, ਕਦਾਚਿਤ ਉਸ ਨੂੰ ਅਲਿੰਗਣ ਵਿੱਚ ਲੈਣ ਲਈ। ਪਰ ਸਰੀਰ ਦੀ ਬਜਾਏ ਦਿਆਲੇ ਦਾ ਕੇਵਲ ਸਿਰ ਹੀ ਅਗਾਂਹ ਵਧਿਆ, ਜਿਸ ਨੂੰ ਹਿੱਕ ਨਾਲ ਲਾ ਕੇ ਤੇ ਉਸ ਦੇ ਰੁੱਖੇ ਵਾਲਾਂ ਉੱਤੇ ਹੱਥ ਫੇਰਦੀ ਹੋਈ ਬੀਰੀ ਕਹਿ ਰਹੀ ਸੀ, ਮੇਰੇ ਵੀਰੇ ਦੀ ਵੱਡੀ ਵੱਡੀ ਉਮਰ, ਸੱਚਾ ਪਾਤਸ਼ਾਹ ਤੇਰਾ ਸਹਾਈ ਹੋਵੇ। ਜਾ, ਗੁਰੂ ਤੇਰੇ ਅੰਗ ਸੰਗ। ਮੋਢੇ ਵਾਲੇ ਪਰਨੇ ਨਾਲ ਆਪਣੀਆਂ ਵਹਿੰਦੀਆਂ ਅੱਖਾਂ ਨੂੰ ਪੂੰਝਦਾ ਹੋਇਆ ਦਿਆਲਾ ਡੱਬੇ ਚੋਂ ਬਾਹਰ ਨਿਕਲ ਆਇਆ। ਉਸ ਦੇ ਨਿਕਲਦਿਆਂ ਹੀ ਗੱਡੀ ਤੁਰ ਪਈ ਤੇ ਉਸ ਦੇ ਵੇਖਦਿਆਂ ਵੇਖਦਿਆਂ ਗੱਡੀ ਹਰਨਪੁਰ ਸਟੇਸ਼ਨ ਦਾ ਪਲੇਟਫਾਰਮ ਪਿੱਛੇ ਛੱਡ ਗਈ।